ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਆਰ ਯੂ ਰੈਡੀ? ਅੱਜ ਆਪਾਂ ਨੈਕਸਟ 35-82 ਪ੍ਰੀਵੀਅਸ ਈਅਰ ਮੈਥਸ ਦਾ ਕੁਐਸਚਨ ਪੇਪਰ ਦਾ 17th ਕੁਐਸਚਨ ਕਰਾਂਗੇ। ਇਸ 'ਚ ਆਪਣੇ ਕੋਲ ਕੀ ਗਿਵਨ ਹੈ? ਇਫ ਦਾ ਰੂਟਸ ਆਫ ਦਾ ਇਕੁਏਸ਼ਨ ਆਰ ਇਨ ਏਪੀ, ਗਿਵਨ ਇਕੁਏਸ਼ਨ ਦੇ ਜਿਹੜੇ ਰੂਟਸ ਹੈ ਉਹ ਕੀ ਹੈ ਆਪਣੇ ਕੋਲ ਏਪੀ ਦੇ ਵਿੱਚ ਗਿਵਨ ਹੈ। ਤੇ ਆਪਾਂ ਕੀ ਫਾਈਂਡ ਆਊਟ ਕਰਨਾ ਇਸ ਦਾ ਕਾਮਨ ਡਿਫਰੈਂਸ ਫਾਈਂਡ ਆਊਟ ਕਰਨਾ ਹੈ। ਫਸਟ ਆਫ ਆਲ ਆਪਾਂ ਕੀ ਕਰਾਂਗੇ, ਇਸ ਦੇ ਵਿੱਚ ਤਿੰਨ ਟਰਮਸ ਕੰਸੀਡਰ ਕਰਾਂਗੇ ਜਿਹੜੀਆਂ ਕਿ ਏਪੀ ਦੇ ਵਿੱਚ ਆ। ਤਾਂ ਆਪਾਂ ਕੰਸੀਡਰ ਕਰ ਲਈਆਂ a ਮਾਈਨਸ ਜੀ a ਐਂਡ a ਪਲਸ ਡੀ। ਹੁਣ ਸਮ ਆਫ ਦਾ ਰੂਟਸ ਆਪਣੇ ਕੋਲ ਕਿਸ ਦੇ ਇਕੁਅਲ ਹੈ? 12 ਦੇ ਇਕੁਅਲ। ਇਹ ਤਾਂ ਆਪਣੇ ਕੋਲ ਪਤਾ ਹੀ ਹੈ ਇਨ ਜਨਰਲ ਇਕੁਏਸ਼ਨ ਕਿ ਅਗਰ ax ਰੇਸ ਟੂ ਪਾਵਰ 3 ਪਲਸ bx ਰੇਸ ਟੂ ਪਾਵਰ 2 ਪਲਸ cx ਪਲਸ g ਇਜ਼ ਇਕੁਅਲਸ ਟੂ 0, ਤਾਂ ਸਮ ਆਫ ਰੂਟਸ ਕਿਸ ਦੇ ਇਕੁਅਲ ਹੁੰਦਾ? ਮਾਈਨਸ b ਅਪੋਨ a ਡੈਟ ਇਜ਼ 12। ਤਾਂ ਇਹਨਾਂ ਦਾ ਆਪਾਂ ਸਮ ਕਰਤਾ, ਆਪਣੇ ਕੋਲ ਸਮ ਆਫ ਰੂਟਸ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ? 3a। 3a ਇਜ਼ ਇਕੁਅਲਸ ਟੂ 12, ਡੈਟ ਮੀਨਸ a ਇਜ਼ ਇਕੁਅਲਸ ਟੂ 4। ਨੈਕਸਟ ਆਪਣੇ ਕੋਲ a ਦੀ ਵੈਲਿਊ ਫਾਈਂਡ ਆਊਟ ਹੋ ਗਈ। ਦੈਨ ਆਪਾਂ ਪ੍ਰੋਡਕਟ ਆਫ ਰੂਟਸ ਕੰਸੀਡਰ ਕਰਾਂਗੇ। ਪ੍ਰੋਡਕਟ ਆਫ ਰੂਟਸ ਕਿਸ ਦੇ ਇਕੁਅਲ ਹੁੰਦਾ ਆਪਣੇ ਕੋਲ? d ਅਪੋਨ ਡੈਟ ਇਜ਼ ਮਾਈਨਸ ਜੀ ਅਪੋਨ a। ਹੁਣ ਆਪਣੇ ਕੋਲ ਮਾਈਨਸ ਜੀ ਅਪੋਨ a ਕੰਸੀਡਰ ਕੀਤਾ ਤਾਂ ਆਪਣੇ ਕੋਲ ਕੀ ਆ ਜਾਏਗਾ? 28। ਤਾਂ ਆਪਣੇ ਕੋਲ ਤਿੰਨਾਂ ਦੀ ਪ੍ਰੋਡਕਟ ਕੀਤੀ ਤਾਂ ਆਪਣੇ ਕੋਲ a ਇੰਟੂ a ਸਕੇਅਰ ਮਾਈਨਸ d ਸਕੇਅਰ ਡੈਟ ਇਜ਼ ਇਕੁਅਲਸ ਟੂ 28। a ਦੀ ਵੈਲਿਊ ਪੁੱਟ ਕਰ ਦਾਂਗੇ 4। ਜਦੋਂ ਵੈਲਿਊ 4 ਪੁੱਟ ਕਰ ਦਿੱਤੀ ਆਪਾਂ ਨੇ ਤਾਂ ਤੁਹਾਡੀ d ਦੀ ਵੈਲਿਊ ਕੈਲਕੂਲੇਟ ਕਰ ਲਈ, ਡੈਟ ਇਜ਼ ਇਕੁਅਲਸ ਟੂ ਪਲਸ ਮਾਈਨਸ 3, ਡੈਟ ਮੀਨਸ ਇਜ਼ ਦੀ ਆਪਸ਼ਨ C ਇਜ਼ ਕਰੈਕਟ। ਨੈਕਸਟ ਕੁਐਸਚਨ ਨੰਬਰ 18 'ਚ ਕੀ ਆਪਣੇ ਕੋਲ? ਇਫ h ਇਜ਼ ਦਾ ਹਾਰਮੋਨਿਕ ਮੀਨ ਬਿਟਵੀਨ p ਐਂਡ q, ਦੈਨ ਆਪਾਂ ਵੈਲਿਊ ਫਾਈਂਡ ਆਊਟ ਕਰਨੀ ਹੈ h ਅਪੋਨ p ਪਲਸ h ਅਪੋਨ q ਇਜ਼। ਇਹਨਾਂ ਚਾਰੋਂ ਆਪਸ਼ਨਸ 'ਚੋਂ ਦੱਸਣਾ ਹੈ ਵਿਚ ਵਨ ਇਜ਼ ਕਰੈਕਟ। ਹੁਣ ਇਸ ਦਾ ਸੋਲਿਊਸ਼ਨ ਦੇਖਦੇ ਹਾਂ। ਇਫ h ਇਜ਼ ਦਾ ਹਾਰਮੋਨਿਕ ਮੀਨ ਬਿਟਵੀਨ p ਐਂਡ q, ਅਗਰ ਆਪਣੇ ਕੋਲ p ਐਂਡ q ਆਪਣੇ ਕੋਲ ਦੋ ਨੰਬਰਸ ਦਿੱਤੇ ਆ ਤਾਂ ਆਪਾਂ ਉਸਦਾ ਹਾਰਮੋਨਿਕ ਮੀਨ ਕੈਲਕੂਲੇਟ ਕਰਨਾ ਹੈ। ਤਾਂ ਉਸਦਾ ਫਾਰਮੂਲਾ ਤੁਹਾਨੂੰ ਯਾਦ ਹੀ ਹੋਏਗਾ ਕੀ ਹੁੰਦਾ? h ਇਜ਼ ਇਕੁਅਲਸ ਟੂ 2pq ਅਪੋਨ p ਪਲਸ q। ਨੈਕਸਟ ਸਟੈਪ ਆਪਾਂ ਨੇ ਕੀ ਕੀਤਾ? ਜਸਟ ਇਹਨੂੰ ਕੀ ਕੀਤਾ? ਰੀਅਰੇਂਜ ਕੀਤਾ, ਰੈਸੀਪ੍ਰੋਕਲ ਕੀਤਾ ਦੋਨੋਂ ਸਾਈਡਸ ਤੇ। 1 ਅਪੋਨ h ਇਜ਼ ਇਕੁਅਲਸ ਟੂ p ਪਲਸ q ਅਪੋਨ 2pq। ਦੈਨ ਉਸ ਤੋਂ ਬਾਅਦ ਅਗੇਨ ਜਿਹੜਾ ਆਪਣੇ ਕੋਲ ਡਿਨੋਮੀਨੇਟਰ 'ਚ 2 ਸੀ ਉਹਨੂੰ ਆਪਣੇ ਕੋਲ ਕੀ ਕੀਤਾ? ਲੈਫਟ ਹੈਂਡ ਸਾਈਡ 'ਤੇ ਜਾ ਕੇ ਮਲਟੀਪਲਾਈ ਕਰਤਾ, ਡੈਟ ਇਜ਼ 2 ਅਪੋਨ h ਇਜ਼ ਇਕੁਅਲਸ ਟੂ p ਅਪੋਨ pq ਪਲਸ q ਅਪੋਨ pq। ਜਦੋਂ ਇਸ ਨੂੰ ਰਿਡਿਊਸ ਕਰਾਂਗੇ ਤਾਂ ਆਪਣੇ ਕੋਲ ਕੀ ਫੋਰਮ ਹੋ ਜਾਏਗਾ? 2 ਅਪੋਨ h ਇਜ਼ ਇਕੁਅਲਸ ਟੂ 1 ਅਪੋਨ q ਪਲਸ 1 ਅਪੋਨ p, ਡੈਟ ਮੀਨਸ h ਅਪੋਨ q ਪਲਸ h ਅਪੋਨ p ਡੈਟ ਇਜ਼ ਇਕੁਅਲਸ ਟੂ 2, ਡੈਟ ਮੀਨਸ ਇਜ਼ ਦੀ ਫਸਟ ਆਪਸ਼ਨ ਕਰੈਕਟ ਹੈ, ਡੈਟ ਇਜ਼ ਇਕੁਅਲਸ ਟੂ 2। Then next question number 19 'ਚ ਕੀ given ਹੈ? If the third term of a GP is 3, then product of first 5 terms ਤੇ ਆਪਾਂ ਨੇ ਪ੍ਰੋਡਕਟ ਫਾਈਂਡ ਆਊਟ ਕਰਨੀ ਹੈ। ਤਾਂ ਫਸਟ ਆਫ ਆਲ ਆਪਾਂ ਕੀ ਕਰਾਂਗੇ? GP ਦੀਆਂ 5 ਟਰਮਸ ਕੰਸੀਡਰ ਕਰ ਲਾਂਗੇ। ਤਾਂ ਆਪਾਂ ਨੇ ਕੰਸੀਡਰ ਕਰ ਲਈਆਂ AR ਰੇਸ ਟੂ ਪਾਵਰ 2, AR ਕਿਊਬ, AR ਰੇਸ ਟੂ ਪਾਵਰ 4। ਡੈਟ ਮੀਨਸ ਆਪਣੇ ਕੋਲ ਗਿਵਨ ਕੀ ਸੀਗਾ? ਥਰਡ ਟਰਮ ਆਫ ਐਨ GP ਕੀ ਆਪਣੇ ਕੋਲ 3। ਤਾਂ ਆਪਾਂ AR ਰੇਸ ਟੂ ਪਾਵਰ 2 ਕੀ ਹੈ ਕੰਸੀਡਰ ਕਰ ਲਿਆ, ਕਿਸ ਦੇ ਇਕੁਅਲ ਹੈ? 3 ਦੇ ਇਕੁਅਲ ਹੈ। ਇਹ ਗਿਵਨ ਸੀ ਆਪਣੇ ਕੋਲ। ਨੈਕਸਟ ਕੀ ਹੈ? ਪ੍ਰੋਡਕਟ ਆਫ ਫਸਟ 5 ਟਰਮਸ ਦੀ ਆਪਾਂ ਨੇ ਪ੍ਰੋਡਕਟ ਫਾਈਂਡ ਆਊਟ ਕਰਨੀ ਹੈ। ਜਦੋਂ ਆਪਾਂ ਫਸਟ 5 ਟਰਮਸ ਦੀ ਪ੍ਰੋਡਕਟ ਕੀਤੇ ਤਾਂ ਆਪਾਂ ਨੂੰ ਇਕੁਅਲ ਕਿਸ ਦੇ ਇਕੁਅਲ ਆ ਗਿਆ? A ਰੇਸ ਟੂ ਪਾਵਰ 5 ਇੰਟੂ R ਰੇਸ ਟੂ ਪਾਵਰ 10। ਡੈਟ ਮੀਨਸ ਇਸ ਨੂੰ ਆਪਾਂ ਕਿਵੇਂ ਰਿਪਰਜੈਂਟ ਕਰ ਸਕਦੇ ਹਾਂ? AR ਰੇਸ ਟੂ ਪਾਵਰ 2 ਹੋਲ ਪਾਵਰ 5। ਡੈਟ ਮੀਨਸ ਆਪਣੇ ਕੋਲ ਅਗੇਨ ਗਿਵਨ ਸੀ AR ਰੇਸ ਟੂ ਪਾਵਰ 2 ਡੈਟ ਇਜ਼ ਇਕੁਅਲਸ ਟੂ 3, ਤਾਂ ਆਪਾਂ ਵੈਲਿਊ ਪੁੱਟ ਕਰਤੀ 3 ਰੇਸ ਟੂ ਪਾਵਰ 5 that is equals to 243, that means option third is correct। next question number 20th ਦੇ ਵਿੱਚ ਕੀ ਹੈ ਆਪਣੇ ਕੋਲ? GM and HM, that means geometric mean and harmonic mean of two numbers are 10 and 8 respectively। the numbers are, ਹੁਣ ਆਪਾਂ ਨੰਬਰ ਫਾਈਂਡ ਆਊਟ ਕਰਨੇ, ਉਹ ਕਿਹੜੇ ਨੰਬਰ ਹੈ ਜਿਨ੍ਹਾਂ ਦਾ ਜਿਓਮੈਟ੍ਰਿਕ ਮੀਨ ਤਾਂ 10 ਆਵੇ ਤੇ ਆਪਣੇ ਕੋਲ ਹਾਰਮੋਨਿਕ ਮੀਨ ਕੀ ਆਵੇ? 8। ਹੁਣ ਆਪਾਂ ਨੂੰ ਪਤਾ ਕਿ GM ਤੇ ਅਗਰ HM ਫਾਈਂਡ ਆਊਟ ਕਰਨਾ ਕਿਸੇ ਵੀ ਦੋ ਨੰਬਰਸ ਦਾ A ਐਂਡ B ਆਪਾਂ ਕੰਸੀਡਰ ਕਰ ਲਏ ਤਾਂ GM ਕਿਸ ਦੇ ਇਕੁਅਲ ਹੁੰਦਾ? ਸਕੁਏਅਰ ਰੂਟ ਆਫ AB ਐਂਡ HM ਕਿਸ ਦੇ ਇਕੁਅਲ ਹੁੰਦਾ? 2AB ਅਪੋਨ A ਪਲਸ B। ਹੁਣ ਅਗਰ ਆਪਾਂ ਸਾਰਿਆਂ ਦਾ ਆਪਣੇ ਕੋਲ GM ਫਾਈਂਡ ਆਊਟ ਕਰਦੇ ਹਾਂ, ਜਿਹੜੀਆਂ ਵੀ ਆਪਣੇ ਕੋਲ ਚਾਰੋਂ ਆਪਸ਼ਨਸ ਦਿੱਤੀਆਂ ਹੋਈਆਂ ਬਾਈ ਹਿੱਟ ਐਂਡ ਟਰਾਇਲ ਮੈਥਡ, ਤਾਂ GM ਸਭ ਦਾ 10 ਆ ਰਿਹਾ। ਨੈਕਸਟ ਆਪਾਂ ਕੀ ਚੈੱਕ ਕਰਾਂਗੇ? HM। ਹੁਣ ਅਗਰ ਆਪਾਂ HM ਚੈੱਕ ਕਰ ਰਹੇ ਹਾਂ ਤਾਂ 5 ਐਂਡ 20 ਦੋ ਨੰਬਰਸ ਇਹੋ ਜਿਹੇ ਜਿਨ੍ਹਾਂ ਦਾ ਆਪਣੇ ਕੋਲ HM ਕਿਸ ਦੇ ਇਕੁਅਲ ਆ ਰਿਹਾ? 8 ਦੇ ਇਕੁਅਲ। ਡੈਟ ਮੀਨਸ ਆਪਣੇ ਕੋਲ ਇਸਦੇ ਦੋ ਨੰਬਰਸ ਕਿਹੜੇ ਆ? 5 ਐਂਡ 20। ਇਸ ਨੂੰ ਤੁਸੀਂ ਜਸਟ ਹਿੱਟ ਐਂਡ ਟਰਾਇਲ ਮੈਥਡ ਨਾਲ
ਤਾਂ ਕੀਤਾ ਆਪਾਂ ਨੇ ਜਸਟ ਆਪਸ਼ਨਸ ਦਿੱਤੀਆਂ ਹੋਈਆਂ ਤਾਂ ਜਸਟ ਪੁੱਟ ਅਪ ਕਰਕੇ ਦੇਖ ਲਓ ਕਿ ਆਪਣੇ ਕੋਲ ਜੀਐਮ ਵੀ ਸੈਟੀਸਫਾਈ ਕਰ ਰਿਹਾ। ਜੀਐਮ ਤਾਂ ਆਪਣੇ ਕੋਲ 10 ਸਭ ਦਾ ਆ ਰਿਹਾ ਸੀ, ਡੈਟ ਮੀਨਸ ਆਪਣੇ ਕੋਲ ਸੈਕਿੰਡ ਆਪਾਂ ਕੀ ਚੈੱਕ ਕਰਨਾ ਹੈ, ਹਾਰਮੋਨਿਕ ਮੀਨ ਕਿੰਨਾ ਆਉਣਾ ਚਾਹੀਦਾ ਸਭ ਦਾ, 8 ਆਉਣਾ ਚਾਹੀਦਾ ਹੈ। ਇਸ 'ਚ ਸਿਰਫ 5 ਐਂਡ 20 ਹੈ, ਜੇ ਦੋ ਨੰਬਰਸ ਹੈ ਜਿਨ੍ਹਾਂ ਦਾ ਹਾਰਮੋਨਿਕ ਮੀਨ ਕਿੰਨਾ ਆ ਰਿਹਾ 8, ਡੈਟ ਮੀਨਸ ਇਹ ਦੋ ਨੰਬਰਸ ਕਿਹੜੇ ਆ 5 ਐਂਡ 20। ਨੈਕਸਟ ਕੁਐਸਚਨ ਨੰਬਰ 21 ਦੇ ਵਿੱਚ ਕੀ ਆਪਣੇ ਕੋਲ ਇਫ ਐਕਸ ਵਾਈ ਜ਼ੈਡ ਆਰ ਇਨ ਏਪੀ, ਤਿੰਨ ਟਰਮਸ ਆਪਣੇ ਕੋਲ ਏਪੀ ਦੇ ਵਿੱਚ ਗਿਵਨ ਹੈ ਤਾਂ ਆਪਾਂ ਨੇ ਚੈੱਕ ਕਰਨਾ ਹੈ ਕਿ 1/YZ, 1/ZX, 1/XY ਆਰ ਇਨ GP, AP ਔਰ HP ਔਰ ਨਨ ਆਫ ਥੀਸ। ਤਾਂ ਫਸਟ ਆਫ ਆਲ ਆਪਣੇ ਕੋਲ XYZ ਕੀ ਦਿੱਤੇ ਹੋਏ ਹੈ AP ਦੇ ਵਿੱਚ, ਡੈਟ ਮੀਨਸ ਆਪਣੇ ਕੋਲ ਸੈਕਿੰਡ ਟਰਮ ਮਾਈਨਸ ਫਸਟ ਟਰਮ, ਇਹਨਾਂ ਦੋਨਾਂ ਦਾ ਡਿਫਰੈਂਸ ਕਿਸ ਦੇ ਇਕੁਅਲ ਹੋਏਗਾ, ਥਰਡ ਟਰਮ ਮਾਈਨਸ ਸੈਕਿੰਡ ਟਰਮ। ਤਾਂ ਆਪਾਂ ਇਸ ਨੂੰ ਹੀ ਲਿਖ ਲਿਆ y ਮਾਈਨਸ ਐਕਸ ਇਜ਼ ਇਕੁਅਲ ਟੂ z ਮਾਈਨਸ ਵਾਈ। ਨੈਕਸਟ ਸਟੈਪ ਦੇ ਵਿੱਚ ਕੀ ਕੀਤਾ ਆਪਾਂ ਨੇ, XYZ ਦੇ ਨਾਲ ਆਪਾਂ ਡਿਵਾਈਡ ਕਰਤਾ ਔਨ ਬੋਥ ਸਾਈਡਸ। ਜਦੋਂ ਆਪਾਂ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਇਸ ਨੂੰ ਸੋਲਵ ਕਰਕੇ ਕੀ ਆ ਜਾਏਗਾ 1/XZ ਮਾਈਨਸ 1/YZ ਡੈਟ ਇਜ਼ ਇਕੁਅਲ ਟੂ 1/XY ਮਾਈਨਸ 1/XZ। ਇੱਥੋਂ ਦੀ ਅਗੇਨ ਤੁਹਾਡੇ ਕੋਲ ਕੀ ਆ ਗਿਆ, ਸੈਕਿੰਡ ਟਰਮ ਮਾਈਨਸ ਫਸਟ ਟਰਮ ਡੈਟ ਇਜ਼ ਇਕੁਅਲਸ ਟੂ ਥਰਡ ਟਰਮ ਮਾਈਨਸ ਸੈਕਿੰਡ ਟਰਮ। ਹੁਣ ਇੱਥੋਂ ਦੇ ਆਪਾਂ ਨੂੰ ਸੇਮ ਐਜ਼ ਇਟ ਇਜ਼ ਉੱਪਰ ਵਾਲੇ ਕੰਸੈਪਟ ਨੂੰ ਆਪੋਜ਼ਿਟ ਦੇ ਵਿੱਚ ਲਗਾਵਾਂਗੇ, ਡੈਟ ਮੀਨਸ ਰਿਵਰਸ ਦੇ ਵਿੱਚ ਲਗਾਵਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ 1/YZ, 1/XZ ਐਂਡ 1/XY ਅਗੇਨ ਆਰ ਇਨ AP ਬਿਕੋਜ਼ ਦੇਅਰ ਡਿਫਰੈਂਸਿਸ ਕਾਮਨ ਡਿਫਰੈਂਸ ਕੀ ਆਪਣੇ ਕੋਲ ਸੇਮ ਆ ਰਿਹਾ। 22nd ਕੁਐਸਚਨ ਦੇ ਵਿੱਚ ਕੀ ਆਪਾਂ ਨੇ ਗਿਵਨ ਆਪਣੇ ਕੋਲ ਕੀ ਹੈ 1 + 2/2 + 3/4 + 4/8 + 5/60 ਅਪ ਟੂ ਸੋਨ ਇਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਤਾਂ ਇਸ ਨੂੰ ਕਿਵੇਂ ਕਰਾਂਗੇ, ਫਸਟ ਜਿਹੜੀ ਆਪਣੇ ਕੋਲ ਗਿਵਨ ਸੀਰੀਜ਼ ਹੈ ਇਹ ਕਿ ਇੱਕ ਅਰਥਮੈਟਿਕ ਜਿਓਮੈਟ੍ਰਿਕ ਪ੍ਰੋਗਰੈਸ਼ਨ ਬਣ ਰਹੀ ਹੈ। ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, s ਇਜ਼ ਇਕੁਅਲ ਟੂ 1 × 1/1 + 2 × 1/2 + 3 × 1/4। ਹੁਣ ਦੇਖੋ ਇਸ ਦੇ ਵਿੱਚ ਆਪਣੇ ਕੋਲ ਐਲੀਮੈਂਟਸ ਕੇ 1 2 3 4 5 6 ਇਹ ਸਾਰੇ ਐਲੀਮੈਂਟਸ ਕੇ ਆਪਸ ਦੇ ਵਿੱਚ AP ਦੇ ਵਿੱਚ ਹੈ। ਨੈਕਸਟ 1 1/2 1/4 1/8 1/16 ਇਹ ਸਾਰੇ ਕਿ ਆਪਣੇ ਕੋਲ GP ਦੇ ਵਿੱਚ ਹੈ। ਹੁਣ ਇਸ ਨੂੰ ਆਪਾਂ ਇੱਕ S ਕੰਸੀਡਰ ਕਰ ਲਿਆ। ਹੁਣ S/2 ਕੀ ਹੋਏਗਾ ਆਪਣੇ ਕੋਲ, ਇਸ ਨੂੰ ਰੀਅਰੇਂਜ ਕਰਕੇ 0 ਪਲੱਸ ਫਸਟ ਟਰਮ ਨੂੰ ਐਜ਼ ਇਟ ਇਜ਼ ਆਪਣੇ ਕੋਲ 0 ਦੈਨ 1/2 ਇਸ ਨੂੰ ਜਸਟ ਰੀਅਰੇਂਜ ਹੀ ਕੀਤਾ, ਅੱਗੇ ਪਿੱਛੇ ਕੀਤਾ, ਸ਼ਿਫਟ ਕੀਤਾ ਇਹਨੂੰ ਪਿੱਛੇ 2/4 ਆ ਜਾਏਗਾ ਆਪਣੇ ਕੋਲ। ਨੈਕਸਟ 3/8 ਪਲੱਸ ਦਿਸ ਅਪ ਟੂ ਸੋਨ। ਇਸ ਤੋਂ ਬਾਅਦ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਕੀ ਕਰਾਂਗੇ S ਮਾਈਨਸ S/2 ਸਬਟਰੈਕਟ ਕਰ ਦਾਂਗੇ। ਜਦੋਂ ਇਹਨੂੰ ਸਬਟਰੈਕਟ ਕਰਾਂਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਫਾਰਮ ਹੋ ਜਾਏਗਾ 1 + 1/2 1/4 + 1/8 ਅਪ ਟੂ ਸੋਨ। ਇਹ ਕੀ ਆਪਣੇ ਕੋਲ ਇੱਕ ਇਨਫਾਈਨਾਈਟ GP ਸੀਰੀਜ਼ ਬਣ ਰਹੀ ਹੈ। ਅਗਰ ਇਨਫਾਈਨਾਈਟ GP ਸੀਰੀਜ਼ ਦਾ ਸਮ ਕੀ ਹੁੰਦਾ A/1 - R। R ਕੀ ਹੋਣਾ ਚਾਹੀਦਾ ਲੈਸ ਦੈਨ ਔਰ ਇਕੁਅਲਸ ਟੂ ਲੈਸ ਦੈਨ 1। ਤਾਂ ਆਪਾਂ R ਕੀ ਹੈ ਇੱਥੇ ਕਾਮਨ ਰੇਸ਼ੋ ਕੀ ਹੈ 1/2 ਵੈਲਿਊ ਪੁੱਟ ਕਰਤੀ, A ਕਿੰਨਾ ਆਪਣੇ ਕੋਲ ਇੱਥੇ 1 ਡੈਟ ਮੀਨਸ S/2 ਇਜ਼ ਇਕੁਅਲਸ ਟੂ 2 ਦੇ ਇਕੁਅਲ ਆ ਗਿਆ, ਡੈਟ ਇੰਪਲਾਈਜ਼ S ਕਿਸ ਦੇ ਇਕੁਅਲ ਆ ਗਿਆ 4। ਤੇ ਗਿਵਨ ਆਪਣੇ ਕੋਲ ਸੀਰੀਜ਼ ਦਾ ਸਮ ਕਿੰਨਾ ਆ ਗਿਆ 4। 23rd ਕੁਐਸਚਨ ਦੇ ਵਿੱਚ ਕੀ ਆਪਣੇ ਕੋਲ ਸੀਰੀਜ਼ ਗਿਵਨ ਆਪਣੇ ਕੋਲ ਸਮੇਸ਼ਨ n ਇਜ਼ ਇਕੁਅਲਸ ਟੂ 1 to infinity n raised to power 2 into x raised to power n is uniformly convergent in -α to α closed interval। ਆਪਾਂ ਨੇ ਹੁਣ ਚੈੱਕ ਕਰਨਾ ਕਿ ਉਹ ਅਲਫਾ ਹੋਣਾ ਕੀ ਚਾਹੀਦਾ। ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਗਿਵਨ ਤਾਂ ਸੀਰੀਜ਼ ਕੀ ਯੂਨੀਫਾਰਮਲੀ ਕਨਵਰਜੈਂਟ ਕਦੋਂ ਹੋਏਗੀ ਵੈਨ ਅਲਫਾ ਲਾਈਜ਼ ਬਿਟਵੀਨ 0 to 1 ਡੈਟ ਮੀਨਸ ਆਪਸ਼ਨ B ਇਜ਼ ਕਰੈਕਟ। 24th ਕੁਐਸਚਨ ਦੇ ਵਿੱਚ ਕਿ ਆਪਣੇ ਕੋਲ ਨੈਕਸਟ ਟਰਮ ਫਾਈਂਡ ਆਊਟ ਕਰਨੀ ਹੈ ਕਿ ਇਸ ਤੋਂ ਬਾਅਦ ਨੈਕਸਟ ਟਰਮ ਕਿਹੜੀ ਆਏਗੀ, ਸੀਰੀਜ਼ ਨੂੰ ਕੰਪਲੀਟ ਕਰਨਾ ਆਪਾਂ ਨੇ। ਹੁਣ ਇਸ ਦੇ ਵਿੱਚ ਦੇਖੋ ਫਸਟ ਆਫ ਆਲ 3/2 5/4 9/8 17/16। ਹੁਣ ਆਪਾਂ ਪਹਿਲਾਂ ਕੀ ਕਰਾਂਗੇ, ਇਹਨਾਂ ਸਾਰੇ ਡਿਨੋਮੀਨੇਟਰਸ ਨੂੰ ਕੀ ਕਰਾਂਗੇ ਸੇਮ ਕਰਾਂਗੇ। ਤਾਂ ਸੇਮ ਕਰਨ ਲਈ ਆਪਣੇ ਕੋਲ 16 ਕਰ ਦਾਂਗੇ। 16 ਕਰਨ ਲਈ ਕੀ ਕਰਾਂਗੇ, ਸਭ ਨੂੰ ਆਪਣੇ ਰਿਸਪੈਕਟਿਵਲੀ ਫਸਟ ਜਿਹੜਾ 3/2 ਹੈ ਇਸ ਨੂੰ ਡਿਨੋਮੀਨੇਟਰ 16 ਫਾਰਮ ਕਰਨ ਦੇ ਲਈ ਕੀ ਕਰਾਂਗੇ 8 ਨਾਲ ਮਲਟੀਪਲਾਈ ਐਂਡ ਡਿਵਾਈਡ। ਸਿਮਿਲਰਲੀ ਆਪਣੇ ਕੋਲ 5/4 ਹੈ, ਇਸ ਦਾ ਅਗਰ ਡਿਨੋਮੀਨੇਟਰ 16 ਕਰਨਾ ਹੈ ਤਾਂ ਇਸ ਨੂੰ ਕੀ ਕਰਾਂਗੇ 4 ਨਾਲ ਮਲਟੀਪਲਾਈ ਐਂਡ ਡਿਵਾਈਡ। ਇਸ ਤਰ੍ਹਾਂ ਜਦੋਂ ਆਪਾਂ ਡਿਨੋਮੀਨੇਟਰ ਸੇਮ ਕਰ ਲਿਆ ਤਾਂ ਹੁਣ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਫਾਰਮ ਹੋ ਗਿਆ 24/16 20/16 18/16 17/16। ਸਭ ਦੇ ਡਿਨੋਮੀਨੇਟਰ ਸੇਮ ਹੈ ਤਾਂ ਜਸਟ ਤੁਸੀਂ ਉੱਪਰ ਚੈੱਕ ਕਰੋ ਕਿ 24 ਤੋਂ ਰਿਡਿਊਸ ਹੋ ਕੇ ਕਿੰਨਾ ਹੋ ਰਿਹਾ 20 ਦੈਨ 20 to 18 18 to 17 ਡੈਟ ਮੀਨਸ ਜਿਹੜਾ ਨਿਊਮਰੇਟਰ ਹੈ ਉਹ ਕਿਵੇਂ ਡਿਕਰੀਜ਼ ਕਰ ਰਿਹਾ ਫਸਟ 4 ਦੈਨ 2 ਦੈਨ 1 ਡੈਟ ਮੀਨਸ ਉਸਦਾ ਹਾਫ ਹੋ ਰਿਹਾ। ਡੈਟ ਮੀਨਸ 1 ਦਾ ਹਾਫ ਕਿੰਨਾ ਹੋਏਗਾ 0.5 ਕਿੰਨਾ ਆਏਗਾ 16.5 ਆ ਜਾਏਗਾ ਅਪੋਨ 16।
ਹੁਣ 16.5/16 ਤਾਂ ਆਪਣੇ ਕੋਲ ਇੱਥੇ ਟਰਮ ਹੈ ਨਹੀਂ, ਤਾਂ ਜਸਟ ਇਸ ਨੂੰ ਆਪਣੇ ਕੋਲ ਇਸ ਨੂੰ ਐਵੇਂ ਵੀ ਰਿਪਰੈਜ਼ੈਂਟ ਕਰ ਸਕਦੇ, ਡੈਟ ਇਜ਼ ਇਕੁਅਲ ਟੂ 33/32। ਡੈਟ ਮੀਨਸ ਇਸ ਦੀ ਆਪਸ਼ਨ ਡੀ ਕੀ ਹੈ, ਕਰੈਕਟ ਹੈ। ਹੁਣ ਆਪਣੇ ਕੋਲ ਚੈੱਕ ਕਰਨਾ ਹੈ ਕਿ ਵਿਚ ਵਨ ਆਫ ਦਾ ਫੋਲੋਇੰਗ ਇਜ਼ ਟਰੂ। ਹੁਣ ਆਪਾਂ ਨੂੰ ਪਤਾ ਕਿ ਸਮੇਸ਼ਨ ਐਨ ਕਿਸ ਦੇ ਇਕੁਅਲ ਹੁੰਦਾ, ਐਨ ਇੰਟੂ ਐਨ ਪਲੱਸ 1/2। ਸਮੇਸ਼ਨ ਐਨ ਸਕੇਅਰ ਕਿਸ ਦੇ ਇਕੁਅਲ ਹੁੰਦਾ, ਐਨ ਇੰਟੂ ਐਨ ਪਲੱਸ 1 ਇੰਟੂ 2n ਪਲੱਸ 1/6। ਐਂਡ ਸਮੇਸ਼ਨ ਐਨ ਕਿਊਬ ਕਿਸ ਦੇ ਇਕੁਅਲ ਹੁੰਦਾ, ਐਨ ਇੰਟੂ ਐਨ ਪਲੱਸ 1/2 ਰੇਸ ਦੀ ਹੋਲ ਰੇਸ ਟੂ ਪਾਵਰ 2। ਡੈਟ ਮੀਨਸ ਇਹਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ, ਡੈਟ ਇਜ਼ ਆਲਸੋ ਇਕੁਅਲਸ ਟੂ ਸਮੇਸ਼ਨ ਐਨ ਹੋਲ ਰੇਸ ਟੂ ਪਾਵਰ 2। ਹੁਣ ਇਸ ਦੇ ਵਿੱਚੋਂ ਸਾਰੀ ਆਪਸ਼ਨਸ ਚੈੱਕ ਕਰ ਲਓ ਕਿ ਇਹਨਾਂ ਨਾਲ ਕੋਈ ਸੈਟਿਸਫਾਈ ਕਰ ਰਿਹਾ, ਓਨਲੀ ਥਰਡ ਆਪਸ਼ਨ ਇਜ਼ ਕਰੈਕਟ, ਡੈਟ ਇਜ਼ ਸੀ। ਸਮੇਸ਼ਨ ਐਨ ਕਿਊਬ ਕਿਸ ਦੇ ਇਕੁਅਲ ਆਪਣੇ ਕੋਲ, ਸਮੇਸ਼ਨ ਐਨ ਰੇਸ ਟੂ ਪਾਵਰ ਹੋਲ 2। ਨੈਕਸਟ 26th ਕੁਐਸਚਨ ਦੇ ਵਿੱਚ ਕੀ ਹੈ, ਇਫ n ਇਜ਼ ਅ ਪੋਜ਼ੀਟਿਵ ਇੰਟੀਜ਼ਰ ਦੈਨ ਨੰਬਰ ਆਫ ਟਰਮਸ ਇਨ ਦ ਐਕਸਪੈਂਸ਼ਨ ਆਫ x ਪਲੱਸ a ਰੇਸ ਟੂ ਪਾਵਰ n ਦੇ ਵਿੱਚ ਕਿੰਨੀਆਂ ਟਰਮਸ ਹੋਣਗੇ ਟੋਟਲ। ਹੁਣ ਤੁਸੀਂ ਜਸਟ ਐਗਜ਼ਾਮਪਲ ਲੈ ਕੇ ਇਨ ਜਨਰਲ, ਵੈਸੇ ਤਾਂ ਫਾਰਮੂਲਾ ਇਹ ਇਨ ਜਨਰਲ n ਪਲੱਸ 1 ਦੇ ਇਕੁਅਲ ਹੀ ਹੁੰਦੀਆਂ, ਅਗਰ ਤੁਸੀਂ ਕਈ ਵਾਰ ਭੁੱਲ ਜਾਂਦੇ ਹੋ ਤਾਂ ਤੁਸੀਂ ਇਹਨੂੰ ਕਿਵੇਂ ਯਾਦ ਰੱਖਣਾ। ਜਿਵੇਂ ਆਪਣੇ ਕੋਲ a ਪਲੱਸ b ਰੇਸ ਟੂ ਪਾਵਰ 2 ਦਾ ਫਾਰਮੂਲਾ ਜਦੋਂ ਓਪਨ ਅਪ ਕਰਦੇ ਹਾਂ ਕਿੰਨੀਆਂ ਟਰਮਸ ਆਉਂਦੀਆਂ, ਟੋਟਲ 3 ਟਰਮਸ। ਸਿਮਿਲਰਲੀ ਇਸ ਤਰ੍ਹਾਂ ਆਪਣਾ a ਪਲੱਸ b ਰੇਸ ਟੂ ਪਾਵਰ ਹੋਲ 3, ਯਾਨੀ ਕਿ a ਪਲੱਸ b ਦੀ ਆਪਾਂ ਜਦੋਂ ਕਿਊਬ ਕਰਦੇ ਹਾਂ ਤਾਂ ਉਸ ਦੇ ਵਿੱਚ ਟੋਟਲ ਟਰਮਸ ਕਿੰਨੀਆਂ ਆਉਂਦੀਆਂ, 4। ਇਸ ਤਰ੍ਹਾਂ ਹੀ ਇਨ ਜਨਰਲ ਤੁਸੀਂ ਇਸ ਨੂੰ ਐਕਸਟੈਂਡ ਕਰ ਸਕਦੇ ਹੋ, ਤਾਂ ਇੱਥੋਂ ਦੀ ਆਪਣੇ ਕੋਲ ਕੀ ਆਏਗਾ, x ਪਲੱਸ a ਰੇਸ ਟੂ ਪਾਵਰ n, ਇਸ ਦੇ ਆਪਣੇ ਵਿੱਚ ਟੋਟਲ ਟਰਮਸ ਕਿੰਨੀਆਂ ਹੋਣਗੀਆਂ, ਨੰਬਰ ਆਫ ਟਰਮਸ ਐਕਸਪੈਂਸ਼ਨ ਦੇ ਵਿੱਚ ਕਿੰਨੀਆਂ ਆਉਣਗੀਆਂ, n ਪਲੱਸ 1। ਡੈਟ ਮੀਨਸ ਆਪਸ਼ਨ b ਇਜ਼ ਕਰੈਕਟ। ਨੈਕਸਟ 27th ਕੁਐਸਚਨ ਦੇ ਵਿੱਚ ਕੀ ਆਪਣੇ ਕੋਲ, sum of the coefficients in the expansion of ax plus by raised to power n। ਇਹ ਵੀ ਇੱਕ ਆਪਣੇ ਕੋਲ ਰਿਜ਼ਲਟ ਹੈ ਕਿ a plus b raised to power n ਦੇ ਇਕੁਅਲ ਹੋਣਗੀਆਂ। ਪਰ ਬਾਈ ਚਾਂਸ ਅਗਰ ਆਪਾਂ ਪੇਪਰ ਦੇ ਵਿੱਚ ਭੁੱਲ ਗਏ, ਆਪਾਂ ਨੂੰ ਰਿਜ਼ਲਟ ਨਹੀਂ ਯਾਦ ਰਿਹਾ, ਤਾਂ ਆਪਾਂ ਕੀ ਕਰਾਂਗੇ, ਜਸਟ ਇੱਕ ਐਗਜ਼ਾਮਪਲ ਲਵਾਂਗੇ, ਆਪਦੇ ਵੱਲ ਕੰਸੀਡਰ ਕਰਾਂਗੇ, ਤਾਂ ਉਸਨੂੰ ਆਪਾਂ ਸੈਟਿਸਫਾਈ ਕਰਵਾ ਕੇ ਦੇਖ ਲਾਂਗੇ। ਹੁਣ ਇਸ ਦੇ ਵਿੱਚ ਕੀ ਕੀਤਾ ਆਪਾਂ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਕੰਸੀਡਰ ਕਰ ਲਿਆ ਕਿ a ਕਿਸ ਦੇ ਇਕੁਅਲ ਆਪਣੇ ਕੋਲ 2 ਦੇ ਇਕੁਅਲ, b ਕਿਸ ਦੇ ਇਕੁਅਲ ਆਪਣੇ ਕੋਲ 3 ਦੇ ਇਕੁਅਲ। ਤਾਂ ਇੱਥੇ ਆਪਾਂ ਵੈਲਿਊ ਪੁੱਟ ਕਰਾਂਗੇ ਤਾਂ 2x ਪਲੱਸ 3y ਰੇਸ ਟੂ ਪਾਵਰ 2। ਜਦੋਂ ਇਸ ਨੂੰ ਆਪਾਂ ਓਪਨ ਅਪ ਕਰਾਂਗੇ, n ਆਪਾਂ ਕਿੰਨਾ ਲੈਤਾ ਇੱਥੇ 2 ਕੰਸੀਡਰ ਕੀਤਾ, 4x ਸਕੁਅਰ ਪਲੱਸ 9y ਸਕੁਅਰ ਪਲੱਸ 12xy। ਹੁਣ ਇਸ ਦੇ ਕੋਫੀਸ਼ੀਐਂਟਸ ਦਾ ਸਮ ਕਰੋ, ਸਮ ਕਿੰਨਾ ਆ 4 ਪਲੱਸ 9 ਪਲੱਸ 12 ਡੈਟ ਇਜ਼ ਇਕੁਅਲਸ ਟੂ 25। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 2 ਪਲੱਸ 3 ਰੇਸ ਟੂ ਪਾਵਰ 2, ਡੈਟ ਮੀਨਸ ਇਹ ਕਿਸ ਦੇ ਇਕੁਅਲ ਹੈ, 5 ਰੇਸ ਟੂ ਪਾਵਰ 2। ਇਹ ਆਪਣੇ ਕੋਲ ਸੈਟਿਸਫਾਈ ਕਰ ਗਿਆ, ਯਾਨੀ ਕਿ ਇੱਥੋਂ ਦੀ ਕੀ ਆ ਗਿਆ, a ਪਲੱਸ b ਰੇਸ ਟੂ ਪਾਵਰ 2। ਹੁਣ ਨੈਕਸਟ ਆਪਣੇ ਕੋਲ ਕੀ ਹੈ, ਸਿਮਿਲਰਲੀ ਆਪਾਂ n ਇਜ਼ ਇਕੁਅਲ ਟੂ 3 ਲਈ ਵੀ ਕੰਸੀਡਰ ਕਰ ਲੈਂਦੇ ਹਾਂ, a ਤੇ b ਦੀਆਂ ਸੇਮ ਟਰਮਸ ਹੀ ਲੈ ਲੈਂਦੇ ਹਾਂ, a 2 ਲੈ ਲਿਆ b 3 ਲੈ ਲਿਆ। ਜਦੋਂ ਇਸ ਨੂੰ ਆਪਾਂ a ਪਲੱਸ b ਰੇਸ ਟੂ ਪਾਵਰ 3 ਹੋਲ ਕਿਊਬ ਵਾਲਾ ਫਾਰਮੂਲਾ ਓਪਨ ਅਪ ਕਰਾਂਗੇ, a ਕਿਊਬ ਪਲੱਸ b ਕਿਊਬ ਪਲੱਸ 3ab ਇੰਟੂ a ਪਲੱਸ b। ਜਦੋਂ ਇਸ ਨੂੰ ਓਪਨ ਅਪ ਕਰਾਂਗੇ ਤਾਂ ਇਸ ਦੇ ਵਿੱਚ ਤੁਸੀਂ ਕੋਫੀਸ਼ੀਐਂਟਸ ਦੇਖੋਗੇ, 8 ਪਲੱਸ 36 ਪਲੱਸ 54 ਪਲੱਸ 27 ਡੈਟ ਇਜ਼ ਇਕੁਅਲਸ ਟੂ 125। ਹੁਣ 125 ਆ ਗਿਆ ਤਾਂ ਆਪਾਂ ਇਸ ਨੂੰ ਅਗੇਨ ਲਿਖ ਸਕਦੇ ਹਾਂ, 2 ਪਲੱਸ 3 raised to power 3, that means 5 raised to power 3 ਹੈ, that is also equals to 125। that means ਇਸ 'ਚ ਕਿਹੜਾ ਰਿਜ਼ਲਟ ਆਪਣੇ ਕੋਲ ਸੈਟਿਸਫਾਈ ਕਰ ਰਿਹਾ, ਸੈਕਿੰਡ ਵਨ ਆਪਸ਼ਨ ਇਜ਼ ਕਰੈਕਟ, that is a plus b raised to power n। ਨੈਕਸਟ 28th ਕੁਐਸਚਨ ਦੇ ਵਿੱਚ ਕੀ ਆਪਾਂ ਕੌਂਸਟੈਂਟ ਟਰਮ ਫਾਈਂਡ ਆਊਟ ਕਰਨੀ ਹੈ ਗਿਵਨ ਐਕਸਪੈਂਸ਼ਨ ਦੀ। ਗਿਵਨ ਐਕਸਪੈਂਸ਼ਨ ਆਪਣੇ ਕੋਲ ਗਿਵਨ ਹੈ x ਮਾਈਨਸ 1/x ਰੇਸ ਟੂ ਪਾਵਰ 10। ਜਨਰਲ ਟਰਮ ਆਪਾਂ ਨੂੰ ਪਤਾ ਹੈ ਕਿ ਅਗਰ ਆਪਾਂ ਜਨਰਲ ਟਰਮ ਲਿਖਣਾ ਤਾਂ ਕਿਵੇਂ ਲਿਖਦੇ ਹਾਂ, 10 CR x ਰੇਸ ਟੂ ਪਾਵਰ 10 ਮਾਈਨਸ r ਇੰਟੂ ਮਾਈਨਸ 1/x ਰੇਸ ਟੂ ਪਾਵਰ r। ਇਸ ਨੂੰ ਜਦੋਂ ਆਪਾਂ ਸੋਲਵ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ, -1 ਇੰਟੂ 10 CR x ਰੇਸ ਟੂ ਪਾਵਰ 10 ਮਾਈਨਸ 2r। ਅਗਰ ਕੌਂਸਟੈਂਟ ਟਰਮ ਗਿਵਨ ਹੈ ਡੈਟ ਮੀਨਸ ਉਹ ਇੰਡੀਪੈਂਡੈਂਟ ਹੋਏਗੀ x 'ਤੇ ਇੰਡੀਪੈਂਡੈਂਟ ਹੋਏਗੀ, ਤਾਂ x ਦੀ ਜਿਹੜੀ ਆਪਣੇ ਕੋਲ ਪਾਵਰ ਹੈ ਉਹ ਕੀ ਹੋਣੀ ਚਾਹੀਦੀ, ਡੈਟ ਮੀਨਸ 0 ਦੇ ਇਕੁਅਲ ਹੋਣੀ ਚਾਹੀਦੀ ਹੈ, ਤਾਂ ਹੀ ਆਪਣੇ ਕੋਲ ਜਿਹੜੀ ਕੌਂਸਟੈਂਟ ਟਰਮ ਆ ਉਹ ਇੰਡੀਪੈਂਡੈਂਟ ਕਿਤੋਂ ਹੋਏਗੀ, x ਤੋਂ। ਤਾਂ ਆਪਾਂ ਕੀ ਕਰਾਂਗੇ, 10 ਮਾਈਨਸ 2r ਕਿਸ ਦੇ ਇਕੁਅਲ ਪੁੱਟ ਕਰ ਦਾਂਗੇ, 0 ਦੇ ਇਕੁਅਲ, ਤਾਂ ਆਪਣੇ ਕੋਲ r ਕਿੰਨਾ ਆ ਗਿਆ ਇੱਥੋਂ ਦੀ 5। ਹੁਣ ਆਪਾਂ ਨੇ ਕੌਂਸਟੈਂਟ ਟਰਮ ਫਾਈਂਡ ਕਰਨੀ ਹੈ, ਕੌਂਸਟੈਂਟ ਟਰਮ ਫਾਈਂਡ ਆਊਟ ਕਰਨ ਦੇ ਲਈ ਕੀ ਕਰਾਂਗੇ, 10c 5 ਉਸ 'ਚ ਵੈਲਿਊ ਪੁੱਟ ਕਰਾਂਗੇ ਇਨ ਜਨਰਲ ਦੇ ਵਿੱਚ, ਇੰਟੂ x ਰੇਸ ਟੂ ਪਾਵਰ 5 ਇੰਟੂ ਮਾਈਨਸ 1/x ਰੇਸ ਟੂ ਪਾਵਰ 5। ਜਦੋਂ ਇਸ ਨੂੰ ਆਪਾਂ ਸੋਲਵ ਕਰਾਂਗੇ ਤਾਂ ਕਿੰਨਾ ਆ ਜਾਏਗਾ, -252, ਡੈਟ ਮੀਨਸ ਆਪਸ਼ਨ ਏ ਇਜ਼ ਕਰੈਕਟ। 29th ਕੁਐਸਚਨ ਦੇ ਵਿੱਚ ਕੀ ਆਪਣੇ ਕੋਲ, ਇਨ ਦਾ ਐਕਸਪੈਂਸ਼ਨ ਆਫ 3x ਪਲੱਸ 2 ਰੇਸ ਟੂ ਪਾਵਰ 4 ਕੋਫੀਸ਼ੀਐਂਟ ਆਫ ਮਿਡਲ ਟਰਮ। ਹੁਣ ਆਪਾਂ ਨੇ ਮਿਡਲ ਟਰਮ ਦਾ ਕੀ ਕਰਨਾ ਹੈ, ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੈ।
ਇਸ ਦੇ ਲਈ ਆਪਾਂ ਕੀ ਕਰਾਂਗੇ, ਆਪਾਂ ਨੂੰ ਪਤਾ ਹੈ ਕਿ n ਕਿਸ ਦੇ ਇਕੁਅਲ ਹੈ, 4 ਦੇ ਇਕੁਅਲ ਹੈ। ਅਗਰ n 4 ਦੇ ਇਕੁਅਲ ਹੈ ਤਾਂ ਮਿਡਲ ਟਰਮ ਕੀ ਹੁੰਦੀ ਹੈ ਇਸ ਦੇ ਵਿੱਚ, ਕਿਉਂਕਿ n ਕੀ ਆਪਣੇ ਕੋਲ ਇੱਥੇ ਇੱਕ ਈਵਨ ਨੰਬਰ ਹੈ। ਅਗਰ ਈਵਨ ਨੰਬਰ ਹੈ ਤਾਂ n/2 + 1, ਡੈਟ ਮੀਨਸ 4/2 ਕਰਾਂਗੇ ਤਾਂ 2 + 1 ਕਰਾਂਗੇ ਡੈਟ ਇਜ਼ 3। ਮਿਡਲ ਟਰਮ ਕਿਹੜੀ ਆਏਗੀ, ਥਰਡ ਟਰਮ। ਥਰਡ ਟਰਮ ਆਪਾਂ ਫਾਈਂਡ ਕਰਨੀ ਹੈ। ਥਰਡ ਟਰਮ ਲਈ ਕੀ ਹੋਏਗਾ, 4c2 ਡੈਟ ਇਜ਼ 3^2 ਇੰਟੂ 2^2। ਜਦੋਂ ਇਸ ਨੂੰ ਕੈਲਕੂਲੇਟ ਕਰ ਲਾਂਗੇ that is equals to 216. Option C is correct. And also dear friends, please like, share and subscribe this channel also, ਤਾਂ ਜੋ ਮੈਂ ਤੁਹਾਨੂੰ ਹੋਰ ਵੀ ਵੀਡੀਓਜ਼ ਭੇਜ ਸਕਾਂ। ਨਾਓ ਨੈਕਸਟ 30th ਕੁਐਸਚਨ ਦੇ ਵਿੱਚ ਕੀ ਆਪਣੇ ਕੋਲ, a subset of the set R of real numbers is compact if and only if it is closed and bounded। ਹੁਣ ਆਪਾਂ ਨੇ ਚੈੱਕ ਕਰਨਾ ਹੈ ਕਿ ਇਹ ਕਿਹੜੀ ਥਿਊਰਮ ਹੈ। ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਕੀ ਥਿਊਰਮਸ ਕੀ ਸਟੇਟ ਕਰਦੀਆਂ। ਬੋਲਜ਼ੈਨੋ-ਵੀਅਰਸਟਰਸ ਥਿਊਰਮ ਦੇ ਵਿੱਚ ਕੀ ਹੈ, ਕਨਵਰਜੈਂਸ ਇਨ ਦਾ ਫਾਈਨਾਈਟ ਡਾਇਮੈਂਸ਼ਨਲ ਐਕਲਿਊਡੀਅਨ ਸਪੇਸ Rn, ਕਨਵਰਜੈਂਸ ਨੂੰ ਸ਼ੋ ਕਰਦੀ ਹੈ। ਬਾਇਨੋਮੀਅਲ ਥਿਊਰਮ ਕੀ ਡਿਸਕ੍ਰਾਈਬ ਕਰਦੀ ਹੈ, ਅਲਜੈਬਰਿਕ ਐਕਸਪੈਂਸ਼ਨ ਆਫ ਪਾਵਰਸ ਆਫ ਬਾਇਨੋਮੀਅਲ। ਕੈਲੇ ਹੈਮਿਲਟਨ ਥਿਊਰਮ ਕੀ ਆਪਣੇ ਕੋਲ ਕਰਦੀ ਹੈ ਕਿ ਐਵਰੀ ਸਕੁਅਰ ਮੈਟ੍ਰਿਕਸ ਓਵਰ ਕੋਮੂਟੇਟਿਵ ਰਿੰਗ ਸੈਟਿਸਫਾਈ ਇਟਸ ਓਨ ਕਰੈਕਟਰਿਸਟਿਕ ਇਕੁਏਸ਼ਨ। ਤਾਂ ਉਹ ਕੀ ਹੁੰਦੇ, ਕੈਲੇ ਹੈਮਿਲਟਨ ਥਿਊਰਮ ਸਟੇਟਮੈਂਟ। ਨੈਕਸਟ ਲਾਸਟ ਵਨ ਇਜ਼ ਹੈਨ-ਬੋਰਲ ਥਿਊਰਮ। ਇਹ ਕੀ ਆਪਣੇ ਕੋਲ, any subset of the set R of real number is compact ਹੋਏਗਾ if and only if ਅਗਰ ਉਹ closed ਵੀ ਹੈ as well as bounded ਵੀ ਹੈ। Thank you and have a nice day।